ਆਪ ਜੀ ਦੇ ਨਾਲ ਸਾਂਝ ਪਾਉਣਗੇ। ਇਹਨਾਂ ਤੋਂ ਉਪਰੰਤ ਬਹੁਤ ਹੀ ਸਤਿਕਾਰਯੋਗ ਕਵੀਸ਼ਰੀ ਜਥਾ ਨਿਰਮਲ ਸਿੰਘ ਜੀ ਨੇਪਾਲ ਆਪ ਜੀ ਦੇ ਨਾਲ ਸਾਂਝ ਪਾਉਣਗੇ। ਸ੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖਹੁ ਪ੍ਰਭੂ, ਨਾਨਕ ਦੇ ਕਰ ਹੱਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਚਵਰ ਛਤਰ ਤਖਤ ਸਿੰਘਾਸਨ ਦੇ ਮਾਲਕ, ਗੁਰਤਾ ਗੱਦੀ ਤੇ ਸੋਭਨੀਕ ਬਿਰਾਜਮਾਨ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵਾਨ, ਉਪਮਾ ਮਹਾਨ ਜੀਆਂ ਕੇ ਮਾਲਕ। ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦੇ ਸਦਕਾ ਆਪ ਸਰਬੱਤ ਸੰਗਤਾਂ ਸਤਿਗੁਰੂ ਜੀਆਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਵੱਡ ਭਾਗੇ ਹੋ ਜੋ ਸਤਿਗੁਰੂ ਜੀਆਂ ਦੇ ਅਸਥਾਨਾਂ ਦੇ ਉੱਪਰ, ਮਹਾਂਪੁਰਸ਼ਾਂ ਦੇ ਅਸਥਾਨਾਂ ਦੇ ਉੱਪਰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਸਤਿਗੁਰੂ ਜੀ ਕਿਰਪਾ ਕਰਨ, ਜਿਨ੍ਹਾਂ ਕੋ ਟਾਈਮ ਦੱਸਿਆ ਹੈ। ਸਤਿਗੁਰੂ ਜੀ ਕਿਰਪਾ ਕਰਕੇ ਆਪ ਆਪਣੀ ਵਡਿਆਈ ਸੋਭਾ ਕਰਵਾਉਣ, ਤਾਂ ਕਿ ਸਾਡਾ ਵੀ ਮਨਮੁਖੀ ਕਲਯੁਗੀ ਜੀਵਾਂ ਦਾ ਜੀਵਨ ਸਫਲਾ ਔਰ ਸੁਚੱਜਾ ਹੋ ਜਾਵੇ। ਸਰਬੱਤ ਤੋਂ ਪਹਿਲਾਂ ਆਪ ਸਰਬੱਤ ਸੰਗਤਾਂ ਬੜੇ ਪ੍ਰੇਮ ਸਹਿਤ ਆਪਣੀ ਤੇ ਦਾਸ ਦੀ ਹਾਜ਼ਰੀ ਲਗਵਾਵੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪ੍ਰੇਮ ਦੇ ਵਿੱਚ ਉਚਾਰਨ ਕਰਨਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਗੁਰਬਾਣੀ ਦੇ ਅੰਦਰ ਬੜੇ ਸੋਹਣੇ ਬਚਨ ਆਉਂਦੇ ਹਨ। ਸੇਵਾ ਪ੍ਰਥਾਈ, ਜਿਵੇਂ ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਮੱਸਾ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਜੋ ਹਾਜ਼ਰੀ ਭਰ ਕਰਕੇ ਗਏ ਨੇ ਔਰ ਸੇਵਾ ਪ੍ਰਥਾਏ ਹੀ ਬਚਨ ਕੀਤੇ ਨੇ। ਮੈਂ ਵੀ ਥੋੜਾ ਸਮਾਂ ਆਪ ਜੀਆਂ ਦੇ ਨਾਲ, ਕਿਉਂਕਿ ਗੁਰੂ ਦੇ ਪਾਸੋਂ ਕੋਈ ਦਾਤ ਪ੍ਰਾਪਤ ਕਰਨੀ ਹੋਵੇ ਨਾ, ਗੁਰੂ ਦੇ ਪਾਸੋਂ ਮਨ ਇੱਛੇ ਪਦਾਰਥ ਜਿਹੜੇ ਹਨ ਉਹ ਪ੍ਰਾਪਤ ਕਰਨੇ ਹੋਣ, ਤਾਂ ਹੋਰ ਕੋਈ ਵੀ ਐਸਾ ਢੰਗ ਤਰੀਕਾ ਨਹੀਂ ਕਿ ਜਿਹਦੇ ਨਾਲ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਧਰਮ ਗ੍ਰੰਥਾਂ ਦੇ ਅੰਦਰ ਸਾਧ ਸੰਗਤ ਜੀ 3 ਕੁ ਪ੍ਰਕਾਰ ਦੀ ਸੇਵਾ ਦੱਸੀ ਹੈ। ਪਹਿਲੀ ਸੇਵਾ ਉਹ ਹੈ ਕਿ ਜਿਵੇਂ ਕਿਸੇ ਦੇ ਕੋਲ ਕੋਈ ਗੁਣ ਹੋਵੇ ਨਾ, ਉਹ ਆਪਣਾ ਗੁਣ ਕਿਸੇ ਦੂਜੇ ਨੂੰ ਦੇ ਕਰਕੇ ਉਹਦੇ ਕੋਲੋਂ ਗੁਣ ਲੈ ਲੈਂਦਾ ਹੈ। ਮੈਂ ਇਹ ਬਚਨ ਕਰਨੇ ਨੇ ਕਿ ਆਪਾਂ ਗੁਰੂ ਦੇ ਪਾਸੇ ਝੋਲੀ ਕਿਵੇਂ ਭਰਨੀ ਗੁਰੂ ਦੇ ਪਾਸੋਂ, ਕਿਉਂਕਿ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਤੇ ਪਹਿਲਾ ਬਚਨ ਇਹ ਆਉਂਦਾ ਹੈ ਕਿ ਜੇਕਰ ਕਿਸੇ ਦੇ ਕੋਲ ਕੋਈ ਗੁਣ ਹੋਵੇ, ਉਹ ਆਪਣਾ ਗੁਣ ਦੇ ਕਰਕੇ ਦੂਜੇ ਦੇ ਕੋਲੋਂ ਗੁਣ ਸਿੱਖ ਲੈਂਦਾ ਹੈ। ਪਰ ਸਾਡੇ ਕੋਲ ਕੋਈ ਐਸਾ ਗੁਣ ਨਹੀਂ ਕਿ ਆਪਾਂ ਕੋਈ ਗੁਣ ਆਪਣੇ ਕੋਲੋਂ ਗੁਰੂ ਨੂੰ ਦੇ ਕਰਕੇ ਗੁਰੂ ਪਾਸੋਂ ਕੋਈ ਗੁਣ ਲੈ ਲਈਏ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਈਏ। ਕਿਉਂਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅਸੀਂ ਤੇ ਅਵਗੁਣਾਂ ਦੇ ਨਾਲ ਭਰੇ ਹੋਏ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਸਾਡੇ ਓਨੇ ਗੁਣ ਨੇ, ਪਰ ਗੁਰੂ ਦੇ ਦਰ ਦੇ ਉੱਪਰ ਫਿਰ ਦੂਜਾ ਬਚਨ ਆਪਾਂ ਕਰੀਏ ਕਿ ਜੇ ਸਾਡੇ ਕੋਲ ਸਾਡੇ ਪਾਸ ਧਨ ਹੈ,
ਅਸੀਂ ਧਨ ਦੇ ਨਾਲ ਕੋਈ ਗੁਰੂ ਪਾਸੋਂ ਗੁਣ ਖਰੀਦ ਲਈਏ, ਇਹ ਕਦਾਚਿਤ ਵੀ ਨਹੀਂ ਹੋ ਸਕਦਾ, ਕਿਉਂਕਿ ਉਹ ਪਰਮਾਤਮਾ ਦਾ ਨਾਮ ਧਨ ਦੌਲਤ ਦੇ ਨਾਲ ਪਾਇਆ ਨਹੀਂ ਜਾ ਸਕਦਾ। ਮਨ ਦੇ ਰਾਮ ਲਿਆ ਹੈ ਮੋਲ, ਕਿਉਂਕਿ ਕੰਚਨ ਸੋਨੇ ਦੇ ਨਾਲ ਉਸ ਪਰਮਾਤਮਾ ਦੇ ਗੁਣਾਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਖੁਸ਼ੀ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੰਚਨ ਸਿਉ ਪਾਈਐ ਨਹੀਂ ਮੋਲ, ਮਨ ਦੇ ਰਾਮ ਲਿਆ ਹੈ ਮੋਲ। ਆਪਣੇ ਮਨ ਨੂੰ ਗੁਰੂ ਚਰਨਾਂ ਪਾਸ ਅਰਪਣ ਕਰਨਾ ਪੈਂਦਾ, ਫਿਰ ਜਾ ਕਰਕੇ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਜਿਹੜੀ ਹੈ ਉਹ ਵਰਤਦੀ ਹੈ। ਫਿਰ ਜੇ ਤੀਜੀ ਅਰਦਾਸ ਗੁਰੂ ਨੂੰ ਕਰੀਏ ਕਿ ਗੁਰੂ ਸਾਡੇ ਕੋਲ ਕੁਝ ਵੀ ਨਹੀਂ, ਸਾਡੇ ਕੋਲ ਕੋਈ ਗੁਣ ਨਹੀਂ ਜਿਹੜਾ ਤੈਨੂੰ ਦੇ ਕਰਕੇ ਤੇਰੀ ਵਡਿਆਈ ਪ੍ਰਾਪਤ ਕਰ ਸਕੀਏ, ਤੇਰੀ ਖੁਸ਼ੀ ਪ੍ਰਾਪਤ ਕਰ ਸਕੀਏ। ਫਿਰ ਸਾਧ ਸੰਗਤ ਜੀ ਤੀਜਾ ਬਚਨ ਆਉਂਦਾ ਹੈ, ਤੀਜਾ ਬਚਨ ਆਉਂਦਾ ਹੈ ਕਿ ਸੇਵਾ ਕਰਨ ਦੇ ਨਾਲ ਪਰਮਾਤਮਾ ਦੀ ਆਪਾਂ ਖੁਸ਼ੀ ਤੇ ਵਡਿਆਈ ਨੂੰ ਪ੍ਰਾਪਤ ਕਰ ਸਕਦੇ ਆ। ਕਿ ਸਤਿਗੁਰੂ ਮੇਰੇ ਕੋਲ ਤੈਨੂੰ ਦੇਣ ਵਾਸਤੇ ਕੁਝ ਨਹੀਂ, ਮੇਰੇ ਇੰਨੇ ਗੁਣ ਨਹੀਂ ਕਿ ਮੈਂ ਕਿ ਤੈਨੂੰ ਕੁਝ ਦੇ ਸਕਾਂ, ਪਰ ਤੂੰ ਇੰਨੀ ਕੋ ਕਿਰਪਾ ਰਹਿਮਤ ਕਰ। ਮੈਂ ਨਿਮਾਣਾ ਹਾਂ, ਮੈਂ ਗਰੀਬ ਹਾਂ, ਮੈਂ ਤੇਰੇ ਦਰ ਦੇ ਉੱਪਰ ਆਇਆ ਨਾ, ਮੈਂ ਤੇਰਾ ਜਸ ਸਰਵਣ ਕਰ ਰਿਹਾ ਤੇ ਮੈਨੂੰ ਤੂੰ ਗੁਣ ਬਖਸ਼। ਉਹ ਕਿਹੜੇ ਗੁਣ ਨੇ ਜਿਹੜੇ ਗੁਰੂ ਪਾਸੋਂ ਆਪਾਂ ਮੰਗਣੇ? ਉਹ ਕਿਹੜੀ ਦਾਤ ਹੈ ਜਿਹੜੀ ਗੁਰੂ ਦੇ ਪਾਸੋਂ ਆਪਾਂ ਪ੍ਰਾਪਤ ਕਰਨੀ ਹੈ? ਸੰਸਾਰ ਦੇ ਅੰਦਰ ਜਦੋਂ ਮਨੁੱਖ ਨੂੰ ਸੰਭਾਲ ਆਉਂਦੀ ਹੈ ਨਾ, ਜਦੋਂ ਬਚਪਨ ਤੋਂ ਨਿਕਲਦਾ ਹੈ, ਉਦੋਂ ਇੱਛਾਵਾਂ ਜਿਹੜੀਆਂ ਨੇ ਆਰੰਭ ਹੋ ਜਾਂਦੀਆਂ ਨੇ, ਮਨੁੱਖ ਉਦੋਂ ਤੋਂ ਹੀ ਮੰਗਣਾ ਸ਼ੁਰੂ ਕਰ ਦਿੰਦਾ ਹੈ। ਪਰ ਕਦੇ ਵਾਸਤੇ ਗੁਰੂ ਦਾ ਨਾਮ ਨਹੀਂ ਮੰਗਦਾ, ਕਿਉਂਕਿ ਇਹ ਪਦਾਰਥ ਆਪਾਂ ਮੰਗਦੇ ਥੋੜਾ ਸਮੇਂ ਸਾਡੇ ਕੋਲ ਰਹਿੰਦੇ ਆਉਂਦੇ ਹਨ, ਫਿਰ ਚਲੇ ਜਾਂਦੇ, ਖਤਮ ਹੋ ਜਾਂਦੇ, ਮਨੁੱਖ ਦੁਖੀ ਦਾ ਦੁਖੀ ਰਹਿੰਦਾ ਹੈ। ਪਰ ਜਦੋਂ ਪਰਮਾਤਮਾ ਦਾ ਨਾਮ ਆਪਾਂ ਮੰਗਦੇ ਹਾਂ, ਪਰਮਾਤਮਾ ਦੀ ਸੇਵਾ ਮੰਗਦੇ ਆ, ਫਿਰ ਆਪਾਂ ਦੇਖੀਏ ਕਿ ਸਾਡੇ ਕੋਲ ਦੁੱਖ ਹੈ ਜਾਂ ਹੁਣ ਸੁੱਖ ਆ ਚੁੱਕਾ ਹੈ, ਕਿਉਂਕਿ ਅਸੀਂ ਮੰਗਣਾ ਨਹੀਂ ਚਾਹੁੰਦੇ। ਸਾਨੂੰ ਮੰਗਣਾ ਸਿਰਫ ਝੂਠ ਆਉਂਦਾ ਹੈ, ਸੱਚ ਅਸੀਂ ਮੰਗਦੇ ਨਹੀਂ। ਪਰ ਜੇ ਸੱਚ ਸੇਵਾ, ਸੱਚ ਨਾਮ ਮੰਗ ਲਈਏ ਨਾ, ਇਸ ਸੰਸਾਰ ਦੇ ਉੱਪਰ ਜਿੰਨੀ ਕੁ ਆਯੂ ਪਰਮਾਤਮਾ ਨੇ ਬਖਸ਼ੀ ਹੈ ਉਹ ਸਫਲੀ ਹੋ ਜਾਵੇਗੀ। ਪਰਮਾਤਮਾ ਇੱਕ ਖਿੰਨ ਦੇ ਵਿੱਚ ਝੋਲੀਆਂ ਭਰ ਦਿੰਦਾ। ਇੱਕ ਖਿੰਨ ਕਿੰਨਾ ਕੁ ਹੁੰਦਾ ਹੈ ਸਾਧ ਸੰਗਤ ਜੀ? ਜਿਵੇਂ ਅੱਖ ਝਮਕਣ ਦਾ ਜਿੰਨਾ ਕੁ ਸਮਾਂ ਲੱਗਦਾ ਹੈ ਨਾ, ਗੁਰਬਾਣੀ ਦੇ ਅੰਦਰ ਨਿਮਕ ਆਉਂਦਾ ਹੈ, ਖਿੰਨ ਆਉਂਦਾ ਹੈ, ਇੰਨੇ ਕੁ ਸਮੇਂ ਦੇ ਅੰਦਰ ਪਰਮਾਤਮਾ ਕਿਰਪਾ ਕਰਕੇ ਦਾਤਾਂ ਜਿਹੜੀਆਂ ਉਹ ਝੋਲੀ ਦੇ ਵਿੱਚ ਪਾ ਦਿੰਦਾ। ਪਰ ਸਾਨੂੰ ਮੰਗਣ ਦੀ ਜਾਚ ਨਹੀਂ। ਜੇ ਅਸੀਂ ਗੁਨਾਹ ਤੋਂ ਹੀਣੇ ਆ, ਪਰਮਾਤਮਾ ਅੱਗੇ ਅਰਦਾਸ ਕਰ, ਕਿਉਂਕਿ ਉਹਦੇ ਘਰ ਦੀ ਵਡਿਆਈ ਕੀ ਹੈ? ਖਿੰਨ ਮਹਿ ਊਣੇ ਸੋ ਭਾਰ ਭਰਿਆ, ਖਿੰਨ ਮੈਂ ਕੀਨੋ। ਉਹ ਪਰਮਾਤਮਾ ਇੱਕ ਖਿੰਨ ਦੇ ਵਿੱਚ ਊਣਿਆਂ ਨੂੰ ਭਰ ਦਿੰਦਾ ਹੈ। ਖਿੰਨ ਮੈਂ ਸੂਕੇ ਕੀਨੇ ਹਰਿਆ, ਇੱਕ ਖਿੰਨ ਦੇ ਅੰਦਰ ਸੁੱਕੇ ਹੋਇਆਂ ਨੂੰ ਹਰਿਆ ਕਰ ਦਿੰਦਾ ਹੈ, ਪ੍ਰਫੁੱਲਤ ਕਰ ਦਿੰਦਾ ਹੈ। ਖਿੰਨ ਮੈਂ ਦੀਨੋ ਨਿਥਾਵੇ ਕੋ ਥਾਨ, ਖਿੰਨ ਮੈਂ ਦੀਨੋ ਨਿਮਾਣੇ ਨੂੰ ਮਾਨ। ਗੁਰੂ ਅਮਰਦਾਸ ਮਹਾਰਾਜ ਨਿਥਾਵਿਆਂ ਦੇ ਥਾਨ ਜਿਹਦੀ ਆਪਾਂ ਵਿਚਾਰ ਕਰ ਰਹੇ ਸਾਂ। ਸਤਿਗੁਰੂ ਜੀ ਇੱਕ ਖਿੰਨ, ਇੱਕ ਛਿੰਨ ਦੇ ਅੰਦਰ ਸਾਨੂੰ ਨਿਥਾਵਿਆਂ ਤੋਂ ਥਾਨ ਦੇ ਦਿੰਦਾ। ਉਹ ਪਰਮਾਤਮਾ ਅੱਗੇ ਕਿਰਪਾ ਕਰੋ। ਜੇ ਅਸੀਂ ਚਾਹੁੰਦੇ ਸਾਨੂੰ ਇਸ ਸੰਸਾਰ ਦੇ ਅੰਦਰ ਪਦਾਰਥ ਮਿਲਣਾ, ਸਾਨੂੰ ਪਦਾਰਥਾਂ ਦੀ ਪ੍ਰਾਪਤੀ ਹੋਵੇ, ਉਹ ਵੀ ਗੁਰੂ ਦੇ ਕੋਲ ਸਾਰਾ ਕੁਝ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ। ਕਿਹਨਾਂ ਦੀ ਸੇਵਾ ਕਰਨੀ ਹੈ? ਸਾਨੂੰ ਕਿਹਨਾਂ ਦੀ ਸੇਵਾ ਕਰਨ ਨੂੰ ਕਿਹਾ ਗਿਆ ਹੈ? ਅੱਜ ਮੇਰੇ ਕਈ ਐਸੇ ਵੀ ਪ੍ਰਚਾਰਕ ਹਨ ਜਿਹੜੇ ਸਾਨੂੰ ਸਾਧੂਆਂ ਮਹਾਤਮਾਵਾਂ ਦੀ ਸੇਵਾ ਕਰਨ ਤੋਂ ਵਰਜਦੇ ਨੇ। ਨਹੀਂ ਭਾਊ, ਹੈਨ ਵਿਰਲੇ, ਕੋਈ ਵਿਰਲੇ ਜੀਵ ਨੇ ਇਸ ਸੰਸਾਰ ਦੇ ਅੰਦਰ, ਘਨੇਰੇ ਨਹੀਂ। ਕੋਈ ਵਿਰਲੇ ਜੀਵ ਨੇ ਜਿਹੜੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ, ਪਰ ਇਹ ਮਤ ਕਦਾਚਿਤ ਵੀ ਨਹੀਂ ਭੁੱਲਣਾ ਕਿ ਹੈ ਹੀ ਨਹੀਂ। ਉਹ ਪਰਮਾਤਮਾ ਵਾਹਿਗੁਰੂ ਜੀਆਂ ਦੇ ਜੀਵ, ਉਹਨਾਂ ਦੀ ਸੇਵਾ ਕਰਨ ਦੇ ਵਿੱਚੋਂ ਕੀ ਕੁਝ ਪ੍ਰਾਪਤ ਹੁੰਦਾ ਹੈ? ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਸੇਵਾ ਦੇ ਵਿੱਚ ਲੱਗ ਜਾ, ਤੈਨੂੰ ਚਾਰ ਜਿਹੜੇ ਧਰਮ ਦੇ ਪਦਾਰਥ ਨੇ ਇਹ ਪ੍ਰਾਪਤ ਹੋ ਜਾਣਗੇ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਸੰਸਾਰ ਦੇ ਵਿੱਚ ਇਹੋ ਹੀ ਹੈ ਨਾ ਕਿ ਅਸੀਂ ਆਪਣਾ ਦੁੱਖ ਖਤਮ ਕਰ ਲਈਏ, ਸਾਨੂੰ ਸੁੱਖ ਦੀ ਪ੍ਰਾਪਤੀ ਹੋ ਜਾਵੇ। ਜੇ ਕੋ ਆਪਣਾ ਦੁੱਖ ਮਿਟਾਵੇ, ਬੜੀਆਂ ਸੁਖਾਲੀਆਂ ਪੰਕਤੀਆਂ ਹਨ। ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੈ ਸਦ ਗਾਵੇ। ਫਿਰ ਮਹਾਰਾਜ ਕਹਿੰਦੇ ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸਾਡੇ ਫਿਰ ਕਾਰਜ ਰਾਸ ਹੋ ਜਾਣਗੇ ਜੇ ਆਪਣਾ
ਮਨ ਜਿਹੜਾ ਅਸੀਂ ਗੁਰੂ ਚਰਨਾਂ ਅੱਗੇ ਅਰਪਣ ਕਰ ਦੇਵਾਂਗੇ। ਮਨ ਦੀ ਸਾਰੀ ਖੇਡ ਹੈ ਨਾ, ਇਹ ਮਨ ਜਿਹੜਾ ਟਿਕਦਾ ਨਹੀਂ। ਮਨ ਜਿਹੜਾ ਹੈ ਜਦੋਂ ਗੁਰੂ ਚਰਨਾਂ ਦੇ ਵਿੱਚ ਆ ਵੀ ਜਾਵੇ ਤਾਂ ਵੀ ਇਹਦੇ ਅੱਖਾਂ ਨੇਤਰ ਜਿਹੜੇ ਹਨ ਉਹ ਭੱਜੇ ਫਿਰਦੇ ਹਨ। ਮਨ ਘਰ ਦੇ ਵਿੱਚ ਹੈ ਕਿ ਪਤਾ ਨਹੀਂ ਮੇਰੇ ਜੀਵ ਜਿਹੜੇ ਨੇ, ਬੱਚੇ ਜਿਹੜੇ ਨੇ, ਉਹ ਕੀ ਕਰਦੇ ਹੋਣਗੇ। ਮੈਂ ਗੁਰੂ ਦੀ ਸੰਗਤ ਦੇ ਵਿੱਚ ਜੇਕਰ ਆਣ ਕਰਕੇ ਬੈਠ ਚੁੱਕਾ ਹੈ ਨਾ, ਮੈਨੂੰ ਘਰ ਭੁੱਲ ਜਾਣਾ ਚਾਹੀਦਾ ਹੈ, ਮੈਨੂੰ ਮੇਰੇ ਪਦਾਰਥ ਭੁੱਲ ਜਾਣੇ ਚਾਹੀਦੇ, ਮੈਨੂੰ ਕੇਵਲ ਤੇ ਕੇਵਲ ਗੁਰੂ ਦੇ ਨਾਲ ਪਿਆਰ ਰਹਿਣਾ ਚਾਹੀਦਾ। ਉਹ ਜਿਹੜਾ ਪਿਆਰ ਹੈ, ਜਿਹੜਾ ਪ੍ਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਨਾ, ਉਹ ਪਿਆਰ ਸਾਡੇ ਹਿਰਦੇ ਦੇ ਅੰਦਰ ਬਿਲਕੁਲ ਇੱਕ ਚੈਨ, ਇੱਕ ਸੁਰਤ ਦੇ ਨਾਲ ਟਿਕਿਆ ਰਵੇ। ਇਹ ਪਦਾਰਥਾਂ ਤੇ ਨਾਸ਼ ਹੋ ਜਾਣਾ। ਉਹ ਪ੍ਰਮਾਤਮਾ ਜਿਹੜਾ ਕਿਰਪਾ ਕਰਦਾ ਉਹਦੇ ਨਾਲ ਪਿਆਰ ਪਾ, ਤੇਰੇ ਕਾਰਜ ਜਿਹੜੇ ਨੇ ਉਹ ਰਾਸ ਹੋ ਜਾਣਗੇ। ਪਾਸ਼ੰ ਕ੍ਰੋਧ ਅਗਰਣੀ ਵਹਿ ਨਿਰਾਸੰ ਆਸਾ ਪੂਰਨ ਹੈ ਨਿੰਤਨੰ ਭਯੰ ਤਨਵੰਤੈ। ਉਹ ਪ੍ਰਮਾਤਮਾ ਵਾਹਿਗੁਰੂ ਏਡੀ ਕਿਰਪਾ ਕਰ ਦਿੰਦਾ ਹੈ, ਜਿਹੜੇ ਜੀਵ ਨਿਰਧਨ ਨੇ ਨਾ ਉਹਨਾਂ ਨੂੰ ਧਨ ਬਖਸ਼ਿਸ਼ ਕਰ ਦਿੰਦਾ ਹੈ। ਸਾਨੂੰ ਪੈਸਾ ਚਾਹੀਦਾ ਹੈ, ਮਹਾਰਾਜ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਸੇ ਹੀ ਸਤਿਗੁਰੂ ਜੀ ਪਦ ਦੇ ਅੰਦਰ ਬੇਨਤੀ ਕਰਦੇ ਹਨ, ਸਤਿਗੁਰੂ ਜੀਆਂ ਜਾ ਕਰਕੇ ਚਰਨਾਂ ਅੱਗੇ ਜਾ ਕਰਕੇ ਇਹ ਬੇਨਤੀ ਕਰ, ਸਤਿਗੁਰੂ ਜੀਆਂ ਅੱਗੇ ਜਾ ਕਰਕੇ ਇਹ ਸੀਸ ਨਵਾ, ਜੇ ਤੈਨੂੰ ਧਨ ਵੀ ਚਾਹੀਦਾ ਹੈ ਉਹ ਪ੍ਰਮਾਤਮਾ ਦਾ ਹੁਕਮ ਹੀ ਮੰਨ ਲੈ, ਤੈਨੂੰ ਸਾਰਾ ਕੁਝ ਪ੍ਰਾਪਤ ਹੋ ਜਾਵੇਗਾ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ। ਇੱਕ ਭਾਵਨਾ ਦੇ ਨਾਲ ਆਣ ਕਰਕੇ ਜੇ ਤੂੰ ਇੱਕ ਕੌਡੀ, ਇੱਕ ਸਿੱਕਾ, ਇੱਕ 10 ਰੁਪਏ ਵੀ ਗੁਰੂ ਨੂੰ ਦਰਸ਼ਨ ਵਾਸਤੇ ਬੜੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਹੋ ਕਰਕੇ ਨਮਸਕਾਰ ਕਰਦਾ ਹੈ ਨਾ, ਤੇ ਫਿਰ ਪ੍ਰਮਾਤਮਾ ਕੀ ਕਰਦਾ ਹੈ? ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਗੁਰ ਸਿੱਖ ਕਉ ਸਰਬ ਨਿਧਾਨ ਦਾਨ ਦੇਤ ਹੈ। ਇੱਕ ਕੌਡੀ ਦੀ ਬਦਲਾਏ ਤੈਨੂੰ ਪ੍ਰਮਾਤਮਾ ਵੱਡੇ ਵੱਡੇ ਖਜ਼ਾਨੇ ਬਖਸ਼ਿਸ਼ ਦੇਵੇਗਾ, ਤੇਰੇ ਉੱਪਰ ਏਡੀ ਕਨੇਰੀ ਕਿਰਪਾ ਕਰ ਦੇਵੇਗਾ, ਪਰ ਉਹ ਤੇਰੀ ਕੌਡੀ ਕਬੂਲ ਵੀ ਜ਼ਰੂਰ ਹੋਵੇਗੀ। ਮੈਂ ਇੱਕ ਛੋਟੀ ਜੀ ਸਾਖੀ ਸੁਣਾ ਕਰਕੇ ਸਮਾਪਤੀ ਕਰਾਂ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਕੀ ਡਰੌਲੀ ਅੰਦਰ ਸੰਸਾਰ ਜਗਤ ਨੂੰ ਤਾਰ ਰਹੇ ਨੇ। ਇਤਿਹਾਸ ਦੇ ਅੰਦਰ ਨਾਮ ਆਉਂਦਾ ਹੈ ਮਾਈ ਸਰਖਾਨਾ ਦਾ, ਮਾਤਾ ਸਰਖਾਨਾ। ਗੁਰਸਿੱਖ ਦੀ ਸੰਗਤ ਕੀਤੀ ਹੈ, ਸਾਧ ਦੀ ਸੰਗਤ ਕੀਤੀ ਹੈ। ਮਾਈ ਸਰਖਾਨਾ ਚਲੀ ਗਈ ਉਸ ਸਿੱਖ ਦੇ ਕੋਲ, ਉਸ ਗੁਰਸਿੱਖ ਦੇ ਕੋਲ, ਤੇ ਜਦੋਂ ਉਸ ਗੁਰਸਿੱਖ ਨੂੰ ਜਾ ਕਰਕੇ ਆਪਣੀ ਵਾਰਤਾ ਸੁਣਾਈ, ਉਹ ਰੱਜ ਚੁੱਕੀ ਹੈ ਧੀਆਂ ਪੁੱਤਰਾਂ ਦੇ ਕੋਲੋਂ, ਮਾਇਆ ਦੇ ਕੋਲੋਂ, ਪਦਾਰਥਾਂ ਦੇ ਕੋਲੋਂ। ਪਰ ਹੁਣ ਜਿਹੜਾ ਮਨ ਦੇ ਅੰਦਰ ਫਿਕਰ ਪਿਆ ਹੋਇਆ, 84 ਦੇ ਗੇੜ ਦਾ ਪਿਆ ਹੋਇਆ। ਜਦੋਂ ਸਿੱਖ ਦੇ ਕੋਲ ਗਈ, ਗੁਰਸਿੱਖ ਦੇ ਕੋਲ ਜਾ ਕਰਕੇ ਬੇਨਤੀ ਕੀਤੀ, ਤੇ ਅੱਗੇ ਮਹਾਰਾਜ ਕਿਰਪਾ ਕਰਕੇ ਨਾ ਉਹ ਜਿਹੜਾ ਗੁਰਸਿੱਖ ਸੀ ਉਹਦੇ ਉੱਪਰ ਰਹਿਮਤ ਕਰਕੇ, ਉਹਦੇ ਮਨ ਦੇ ਅੰਦਰ ਇਹ ਬਚਨ ਸੀ, ਉਹਦੇ ਹਿਰਦੇ ਦੇ ਅੰਦਰ ਇਹ ਬਚਨ ਸੀ ਜਿਹੜੇ ਉਸ ਮਾਤਾ ਦੇ ਨਾਲ ਉਹਨੇ ਸਾਂਝੇ ਕੀਤੇ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾ। ਜਦੋਂ ਬੇਨਤੀ ਕੀਤੀ ਮਾਤਾ ਜੀ ਅੱਗੇ, ਮਾਤਾ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਇਹ ਬਚਨ ਨੂੰ ਹਿਰਦੇ ਅੰਦਰ ਵਸਾਇਆ। ਹਿਰਦੇ ਅੰਦਰ ਵਸਾ ਕਰਕੇ ਨਾ ਇਸੇ ਤਰ੍ਹਾਂ ਰਹਿਮਤਾਂ ਜੇ ਚਾਹੁਣੀਆਂ ਸਨ ਤੇ ਉਸ ਸਿੱਖ ਨੂੰ ਸੇਵਾ ਕੀਤੀ ਕਿ ਗੁਰੂ ਦੇ ਦਰ ਦੇ ਉੱਪਰ ਮੈਂ ਜਾਵਾਂ ਤੇ ਕੀ ਭੇਟਾ ਲੈ ਕਰਕੇ ਜਾਵਾਂ। ਉਹ ਸਿੱਖ ਨੇ ਪ੍ਰੇਮ ਦੇ ਨਾਲ ਸਮਝਾਇਆ, ਕੌਡੀ ਵੀ ਲੈ ਜਾਵੇਂ, 1 ਰੁਪਈਆ ਵੀ ਲੈ ਜਾਵੇਂ, ਗੁਰੂ ਦੇ ਦਰ ਦੇ ਉੱਪਰ ਪ੍ਰਵਾਨ ਹੈ। ਉਦਾਂ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਦਰ ਦੇ ਉੱਪਰ ਕੀਮਤੀ ਤੋਂ ਕੀਮਤੀ ਦੁਸ਼ਾਲੇ, ਕੀਮਤੀ ਤੋਂ ਕੀਮਤੀ ਹੀਰੇ ਜਿਹੜੇ ਨੇ ਉਹ ਸੰਗਤਾਂ ਪ੍ਰੇਮ ਦੇ ਵਿੱਚ ਭੇਟਾ ਕਰਦੀਆਂ ਨੇ। ਸੋ ਉਹ ਮਾਤਾ ਨੇ ਪ੍ਰੇਮ ਦੇ ਵਿੱਚ ਜਾ ਕਰਕੇ ਸਤਿਗੁਰੂ ਜੀਆਂ ਵਾਸਤੇ ਰੂੰ ਦਾ ਇੱਕ ਕੱਪੜਾ ਖੱਦਰ ਦਾ ਤਿਆਰ ਕੀਤਾ, ਚਾਦਰਾ। ਜਦੋਂ ਸਤਿਗੁਰੂ ਜੀਆਂ ਦੇ ਦਰਬਾਰ ਦੇ ਕੋਲ ਪਹੁੰਚੀ, ਮੈਂ ਸੰਖੇਪ ਦੇ ਵਿੱਚ ਕਰ ਦਿੱਤਾ, ਨਾਲ ਜਾ ਕਰਕੇ ਨਾ ਪਿਛਾਂ ਹੀ ਸਤਿਗੁਰੂ ਜੀਆਂ ਦੇ ਦਰਬਾਰ ਤੋਂ ਰੁਕ ਗਈ। ਉੱਥੇ ਜਦੋਂ ਜਾ ਕਰਕੇ ਰੁਕੀ, ਦੋਵੇਂ ਨੇਤਰ ਮੂੰਦ ਕਰਕੇ ਗੁਰੂ ਅੱਗੇ ਅਰਦਾਸ ਕੀਤੀ, ਸਤਿਗੁਰੂ ਮੈਂ ਨਿਮਾਣੀ, ਮੈਂ ਕੰਗਾਲ ਹਾਂ, ਤੇਰੇ ਦਰ ਦੇ ਉੱਪਰ ਮੇਰੇ ਕੋਲ ਕੋਈ ਐਸੀ ਭਾਰੀ ਵਸਤੂ ਨਹੀਂ ਕਿ ਜਿਹਨੂੰ ਮੈਂ ਤੇਰੇ ਅੱਗੇ ਸੌਂਪ ਸਕਾਂ। ਮੇਰੇ ਕੋਲ ਤੇ ਇੱਕ ਚਾਦਰਾ ਔਰ ਮੱਖਣ ਦੇ ਪਕਾਏ ਹੋਏ ਪ੍ਰਸ਼ਾਦੇ ਨੇ। ਗੁਰੂ ਅੰਤਰਜਾਮੀ ਜਾਣੀ ਜਾਣ ਸਨ। ਜਦੋਂ ਸੁਰਤ ਬਿਰਤੀ ਜੁੜ ਗਈ, ਪ੍ਰੇਮ ਮਨ ਦੇ ਵਿੱਚ ਆਇਆ, ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਤਖਤ ਸਿੰਘਾਸਣ ਤੋਂ ਉੱਠੇ। ਸਤਿਗੁਰੂ ਜੀਆਂ ਨੇ ਜੋੜਾ ਪਾਇਆ, ਘੋੜੇ ਦੇ ਉੱਪਰ ਸਵਾਰ ਹੋ ਕਰਕੇ ਜਿੱਥੇ ਮਾਤਾ ਕੰਧ ਦੇ ਨਾਲ ਜੁੜ ਕਰਕੇ ਆਪਣੇ ਪਰਮੇਸ਼ਰ ਵਾਹਿਗੁਰੂ ਜੀਆਂ ਨੂੰ ਯਾਦ ਕਰ ਰਹੀ ਸੀ ਨਾ, ਗੁਰੂ ਹਰਗੋਬਿੰਦ ਮਹਾਰਾਜ ਉਸੇ ਸਥਾਨ ਦੇ ਉੱਪਰ ਪਹੁੰਚ ਗਏ।
ਸਤਿਗੁਰੂ ਜੀਆਂ ਨੇ ਜਾ ਕਰਕੇ ਘੋੜਾ ਲਾਗੇ ਖਿਲਾਰ ਦਿੱਤਾ। ਗੁਰੂ ਹਰਗੋਬਿੰਦ ਮਹਾਰਾਜ ਕਹਿਣ ਲੱਗੇ, ਮਾਤਾ ਆਪਣੀਆਂ ਅੱਖਾਂ ਖੋਲ, ਆਪਣੇ ਨੇਤਰ ਖੋਲ, ਅਸੀਂ ਤੈਨੂੰ ਕਿੰਨੇ ਚਿਰ ਦੇ ਤੈਨੂੰ ਉਡੀਕ ਕਰ ਰਹੇ ਸੋ ਪ੍ਰਸ਼ਾਦੇ ਕਿਉਂ ਨਹੀਂ ਲੈ ਕੇ ਆਈ? ਜਿਹੜਾ ਸਾਡੇ ਵਾਸਤੇ ਚਾਦਰਾ ਉਹ ਕਿੱਥੇ ਹੈ? ਬੜੇ ਪ੍ਰੇਮ ਦੇ ਨਾਲ ਸਤਿਗੁਰੂ ਜੀਆਂ ਨੇ ਉਸ ਮਾਈ ਸਰਖਾਨਾ ਦੇ ਕੋਲੋਂ ਚਾਦਰਾ ਪ੍ਰਾਪਤ ਕੀਤਾ, ਪ੍ਰਸ਼ਾਦੇ ਛਕੇ। ਮਨ ਦੇ ਅੰਦਰ ਜਿਹੜੀ ਭਾਵਨਾ ਸੀ ਉਸ ਮਾਈ ਦੇ, ਉਹ ਗੁਰੂ ਨੇ ਆਪ ਚੱਲ ਕਰਕੇ ਆਣ ਕੇ ਪੂਰੀ ਕੀਤੀ। ਇਸ ਕਰਕੇ ਜੇ ਆਪਾਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਗੁਰੂ ਦੇ ਦਰ ਦੇ ਉੱਤਰੋਂ ਪਦਾਰਥ ਪ੍ਰਾਪਤ ਕਰਨੇ ਨੇ ਨਾ, ਤੇ ਫਿਰ ਸਾਨੂੰ ਜਿਹੜਾ ਉਹ ਭਾਵਨਾ ਰੱਖ ਕਰਕੇ, ਗੁਰੂ ਦੇ ਉੱਪਰ ਪੂਰਨ ਵਿਸ਼ਵਾਸ ਰੱਖ ਕਰਕੇ ਇਸ ਦਰ ਦੇ ਉੱਪਰ ਆਣ ਕਰਕੇ ਬਖਸ਼ੀਆਂ ਪ੍ਰਾਪਤ ਕਰਨੀਆਂ ਪੈਣਗੀਆਂ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਵਿਚਾਰ ਕਰਦਿਆਂ ਹੋਇਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ, ਸਤਿਗੁਰੂ ਜੀ ਬਖਸ਼ਣ ਯੋਗ ਨੇ। ਦਾਸ ਨੂੰ ਇੱਥੋਂ ਹੀ ਕਥਾ ਦਾ ਮਾਣ ਪ੍ਰਾਪਤ ਹੋਇਆ ਸੀ। ਇਸ ਅਸਥਾਨ ਦੇ ਉੱਪਰ ਹੀ ਸਤਿਗੁਰੂ ਜੀਆਂ ਨੇ ਆਪ ਬੱਚਿਆਂ ਦੀ ਗੁਰਬਾਣੀ ਦੀ ਸੰਥਿਆ ਕਰਵਾਈ ਸੀ। ਸਤਿਗੁਰੂ ਰਹਿਮਤ ਕਰਨ। ਬਹੁਤ ਬਹੁਤ ਧੰਨਵਾਦ ਭਾਈ ਕੁਲਦੀਪ ਸਿੰਘ ਜੀ ਦਾ, ਜਿਨ੍ਹਾਂ ਨੇ ਬੇਨਤੀ ਨੂੰ ਕਬੂਲਦਿਆਂ ਹੋਇਆਂ ਸਮੇਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਸਰਬੱਤ ਸੰਗਤਾਂ ਅੱਗੇ ਇਹੀ ਅਰਦਾਸ ਬੇਨਤੀ ਹੈ, ਜਿਨ੍ਹਾਂ ਤੱਕ ਸਵਾਸ ਨੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਮਹਾਂਪੁਰਸ਼ ਇਸੇ ਤਰ੍ਹਾਂ ਸੇਵਾ ਕਰਵਾਉਂਦੇ ਰਹਿਣ, ਆਪਣੀਆਂ ਵਡਿਆਈਆਂ ਕਰਵਾਉਂਦੇ ਰਹਿਣ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ, ਗੁਰੂ ਬਖਸ਼ਣ ਯੋਗ ਹੈ। ਪ੍ਰੇਮ ਦੇ ਵਿੱਚ ਭੇਜ ਕਰਕੇ ਸਰਬੱਤ ਸੰਗਤਾਂ ਫਤਿਹ ਦੀ ਹਾਜ਼ਰੀ ਲਗਵਾਵੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤਾਂ ਗੱਜ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ।